बहुत सारिया मिसालां दित्तियां जांदियां ने कि माँ का कर्ज कोई नहीं चुका सकता, पर एक माँ ने अपनी औलाद नूं 11 महीने कुख दे विच रखिया। तुहानूं हैरान करेगी ये कहानी। सरकारां दी तमाम उन्हां ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦੀ ਪੋਲਾਂ ਖੋਲੇਗੀ। 11वें महीने बच्चा हुआ है आपकी घरवाली? ਅਸੀਂ ਪਤਾ ਕੀਤਾ, ਕਹਿੰਦੇ ਸਟ੍ਰਾਈਕ ਆ। ਤੁਸੀਂ ਆ ਦੇਖ ਲਓ, ਸਰਕਾਰੀ ਹਾਲ ਦੇਖ ਲਓ। ਮਜਬੂਰ ਹੋ ਕੇ ਆਪਣੀ ਘਰਵਾਲੀ ਨੂੰ ਘਰੇ ਬਿਠਾ ਲਿਆ ਸੀ। ਜਦੋਂ ਸਾਰੇ ਹਸਪਤਾਲਾਂ ਨੇ ਮਨਾ ਕਰ ਦਿੱਤਾ, ਜਵਾਬ ਦੇ ਦਿੱਤਾ, ਤਾਂ ਇਹਨਾਂ ਨੇ ਆਖ ਕੇ ਘਰਵਾਲੀ ਨੂੰ ਘਰੇ ਬਿਠਾ ਲਿਆ ਸੀ ਵੀ ਜੋ ਹੋਏਗਾ ਦੇਖੀ। ਇਹਨਾਂ ਨੇ ਜੀ ਕੀ ਕਰੇ ਜੀ, ਮਜਬੂਰ ਬੰਦਾ ਦੇਖੋ ਜਿਹਦੇ ਕੋਲ ਪੈਸੇ ਨਾ ਹੋਣ। जिस हस्पताल जाते सी उस हस्पताल इसनूं लिख के दे देंदे सी कि इत्थे जिहड़े डॉक्टर्स ने वो स्ट्राइक ते ने। डर लगा था जब कहीं भी डिलीवरी नहीं हो रही थी तो बच्चा कैसे आएगा इस दुनिया में, पत्नी का क्या बनेगा, ये चल रहा था दिमाग में। डर तो था ही मैडम, क्या करे, एक हफ्ता से मेरे को सरकारी में दौड़ा रहा था। ਦੋਨਾਂ ਦੀ ਜਾਨ ਤਾਂ ਖਤਰੇ 'ਚ ਹੀ ਸੀਗੀ ਨਾ ਜੀ, ਨਾ ਬੇਟੀ ਨੂੰ ਵੀ ਕੁਝ ਹੋ ਸਕਦਾ ਸੀ। ਮੇਨ ਤਾਂ ਦੋਸ਼ ਇਹਦੇ ਵਿੱਚ ਕਿਸੇ ਹੋਰ ਦਾ ਨਹੀਂ, ਸਰਕਾਰਾਂ ਦਾ ਜੀ। ਸੀਐਮ ਤੋਂ ਪਹਿਲਾਂ ਐਮਪੀ ਐਮਐਲਏ ਜਿਹੜੇ ਆਪਣੇ ਨੇੜੇ ਦੇ ਬਣਦੇ ਨੇ ਉਹਨਾਂ ਨੂੰ ਦੇਖ ਰੇਖ ਕਰਨੀ ਚਾਹੀਦੀ ਹੈ। ਕਦੇ ਸਿਵਲ ਹਸਪੀਟਲ ਉਹਨਾਂ ਦਾ ਆਪਣਾ ਪੇਸ਼ੈਂਟ ਜਦੋਂ ਐਡਮਿਟ ਹੋਵੇ ਤਾਂ ਉਹਨਾਂ ਨੂੰ ਪਤਾ ਲੱਗੇ। ਪ੍ਰਵਾਸੀ ਭਾਈਚਾਰਾ, ਚਲੋ ਜੇ ਇਹਨਾਂ ਦੀਆਂ ਵੋਟਾਂ ਨਹੀਂ ਬਣਦੀਆਂ ਤਾਂ ਇਹ ਥੋੜੀ ਹੈ ਵੀ ਆਪਾਂ ਇਹਨਾਂ ਦਾ ਇਲਾਜ ਨਹੀਂ ਕਰਵਾਉਣਾ। ਸਰਕਾਰੀ ਸਹੂਲਤਾਂ ਇਹੋ ਜਿਹੀਆਂ ਹੋਈਆਂ ਵੀਆਂ ਨੇ ਵੀ ਜੇ ਵੋਟਾਂ ਬਣੀਆਂ ਹੋਈਆਂ ਨੇ ਤਾਂ ਐਮਸੀ ਐਮਐਲਏ ਜਾਂ ਐਮਪੀ ਨਾਲ ਖੜਦੇ ਨੇ, ਉਹ ਤੋਂ ਇਲਾਵਾ ਨਾਲ ਨਹੀਂ ਖੜਦੇ। ਵੈਸੇ ਹੀ ਨਹੀਂ ਸਟਾਫ ਮਿਲਦਾ। ਗਰਮੀਆਂ ਦੇ ਵਿੱਚ ਏਸੀ ਲਾ ਕੇ ਬੈਠੇ ਰਹਿੰਦੇ ਨੇ। ਸਰਦੀਆਂ 'ਚ ਜਾਓ ਤਾਂ ਮਤਲਬ ਕਿ ਆਪਣਾ ਹੀਟਰ ਵਗੈਰਾ ਲਗਾਇਆ ਹੁੰਦਾ, ਇੱਕ ਕਮਰੇ 'ਚ ਸਾਰਾ ਸਟਾਫ ਉੱਥੇ ਇਕੱਠਾ ਹੋਇਆ ਹੁੰਦਾ। ਦੂਜਿਆਂ ਨੂੰ ਭੇਜੀ ਜਾਂਦੇ ਨੇ ਕਿ ਡਾਕਟਰ ਹੈ ਨਹੀਂ, ਸਟਾਫ ਹੈ ਨਹੀਂ, ਕੋਈ ਸੁਣਵਾਈ ਹੋਈ ਨਹੀਂ ਸਿਵਲ ਹਸਪੀਟਲਾਂ ਦੇ ਵਿੱਚ। ਸਾਡੇ ਕੋਲ ਇਹੋ ਜਿਹੀਆਂ ਵੀਡੀਓ ਪਈਆਂ ਨੇ, ਸਾਡੇ ਗੋਬਿੰਦਗੜ੍ਹ ਦੇ ਹਸਪਤਾਲ ਦੀਆਂ ਛੱਤਾਂ 'ਚ ਹੁੰਦੀਆਂ ਨੇ ਦੀਦੀ, ਅਸੀਂ ਜਾ ਕੇ ਆਪ ਦੇਖਿਆ ਹੋਇਆ ਹੈ। ਇੱਕ ਜਨਨੀ ਤੜਪ ਰਹੀ ਸੀ ਆਪਣੇ ਬੱਚੇ ਨੂੰ ਜਨਮ ਦੇਣ ਦੇ ਲਈ, ਔਰ ਉਸ ਦਾ ਕੋਈ ਹਾਲ ਨਹੀਂ ਸੀ ਪੁੱਛਿਆ। ਉਸ ਦਾ ਹਾਲ ਜੇ ਕਿਸੇ ਦੇ ਉਹਨਾਂ ਦੇ ਆਪ ਦੇ ਬੀਤਦੀ ਹੋਵੇ ਫੇਰ ਹੈ ਨਾ ਜੀ। ਉਹਨਾਂ ਨੂੰ ਤਾਂ ਉਹ ਤਾਂ ਆਪਣੀ ਲਗਜ਼ਰੀਨੈਸ ਵਾਈਫ 'ਚ ਦਿੰਦੇ ਆ। ਹੈਲੀਕਾਪਟਰ 'ਚ ਜਾਣਾ ਉਹਨਾਂ ਨੇ, ਜਿੱਥੇ ਜਾਣਾ ਹੈ, ਗੱਡੀਆਂ 'ਚ ਜਾਣਾ ਹੈ, ਗੱਡੀਆਂ 'ਚ ਸਫ਼ਰ ਕਰਨਾ, ਉਹਨਾਂ ਨੂੰ ਗਰਾਊਂਡ ਲੈਵਲ ਦਾ ਪਤਾ ਹੀ ਨਹੀਂ। वो एम्बुलेंस वाला आके वहाँ पे भी पीछे पीछे दौड़ा, 300 का पर्ची काटा था। मैं बोला भाई 300 नहीं, मेरे पास 200 रुपया है। बोला कोई बात नहीं सरदार साहब, बोला 200 का कटवा ले तू। फिर मैं 200 का पर्ची कटवा लिया। बच्चा मेरे जेब में 100 रुपया। एक मेरा बच्चा छोटा सा, वो भी पीछा छोड़ता नहीं है। फिर वहाँ से पैदल को परिवार को पैदल लेके आया बस अड्डे तक ले, वहाँ से बस अड्डे लेके आया। महीने में पत्नी पैदल बस स्टैंड तक आई हॉस्पिटल। हाँ, एक साथ में बच्चा भी ली, मैं बोरा लिया था, खुद रुपये बच्चा पकड़ा, वो ज़बरदस्ती पकड़ी थी बच्चा। मैं बोला रहने दे, तू नहीं पकड़ पाएगी बच्चा। फिर मैं रिक्शा वाले किया, 20 रुपया वो मांग रहा था, 50 रुपया। मैं बोला भाई साहब मेरे पास तो ऐसा नहीं है, 20 रुपया है। 200 ਰੁਪਏ ਜੇਬ ਦੇ ਵਿੱਚ ਪਾ ਕੇ ਪੀਜੀਆਈ ਚੰਡੀਗੜ੍ਹ ਪਤਾ ਨਹੀਂ ਕਿੱਥੇ ਕਿੱਥੇ ਵਿਚਾਰਾ ਫਿਰਿਆ ਆ। डर लगा था जब अस्पतालों के चक्कर काटे और डिलीवरी नहीं हो रही थी? डर लगत रहा। डेली पोस्ट पंजाबी देख रहे तमाम दर्शकों का मैं सुमन जेटली स्वागत करती हाँ। बच्चे दे इस दुनिया च आउण तो पहला माँ 9 महीने उसनूं अपनी कुख दे विच रखदी है, तां 9 महीने का समा माँ ते की बीतदी है। बहुत सारिया मिसालां दित्तियां जांदियां ने कि माँ का कर्ज कोई नहीं चुका सकता, पर एक माँ ने अपनी औलाद नूं 11 महीने कुख दे विच रखिया। शायद इस तो पहला बहुत लोगों ने नहीं सुनिया होना, पर क्यों मजबूर हुई है माँ 11वें महीने ਦੇ ਵਿੱਚ ਉਸ ਮਾਂ ਦੀ ਡਿਲੀਵਰੀ ਹੋਈ ਹੈ, ਬੱਚੇ ਨੂੰ ਜਨਮ ਦਿੰਦੀ ਹੈ, ਪਰ ਐਸੀ ਕੀ ਮਜਬੂਰੀ ਬਣੀ ਸੀ। ਇਹ ਕਹਾਣੀ ਤੁਹਾਨੂੰ ਹੈਰਾਨ ਕਰੇਗੀ। ਇਹ ਕਹਾਣੀ ਸਰਕਾਰਾਂ ਦੀ तमाम ਉਹਨਾਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦੀ ਪੋਲਾਂ ਖੋਲੇਗੀ। ਮੇਰੇ ਨਾਲ एनजीओ ਦੇ ਮੈਂਬਰਸ ਮੌਜੂਦ ਨੇ। ਈਸ਼ੂ ਵੀ ਡੂ ਨਾਟ ਐਕਸੈਪਟ ਮਨੀ ਔਰ ਥਿੰਗਸ ਔਰ ਸਾਈਂ ਕੇ ਦੀਵਾਨੇ ਕਲੱਬ ਤੋਂ ਸਚਿਨ ਮੌਜੂਦ ਨੇ, ਔਰ ਉਹ ਪਿਤਾ ਮੌਜੂਦ ਹੈ ਜਿਸ ਨੇ ਹੱਥ ਦੇ ਵਿੱਚ ਇਸ ਵੇਲੇ ਆਪਣੀ औलाद ਨੂੰ ਤਾਂ ਫੜ ਲਿਆ है, पर बीते दिन इस पे बीती की है। आप सबसे पहले बताइए कि हुआ क्या था।
मैडम मैं यहाँ से गया सिविल में, तो वहाँ पे बोले कि राजेंद्र अस्पताल जाओ। वो वहाँ पे पर्ची निकाली, बोलती है बेटा इसके जल्दी से जल्दी राजेंद्रा जाओ। तो मैं राजेंद्रा गया, तो वहाँ से वो कोई भी पहले लेने से पहले बोलता बेटा यहाँ से ले जाओ, यहाँ कोई सुनवाई नहीं है। तो एम्बुलेंस वाला भी बेचारा बहुत चिरौरी किया, बहुत मदद किया। कहता है इस बेचारे को देख लो कहाँ जाएगा लेके। तो बोला भैया यहाँ पे कोई स्टाफ है नहीं बेटा, हम क्या कर सकता हूँ। हॉस्पिटल में कोई स्टाफ मेंबर ही नहीं था? नहीं, कहता कोई स्टाफ है नहीं बेटा, हम क्या वो कहते करेंगे। डिलीवरी नहीं करेंगे। नहीं करेंगे नहीं, यहाँ पे कोई बैठे नहीं रहा, हम लेवे नहीं करेंगे। तो वहाँ से वो एम्बुलेंस वाला बेचारा ज़बरदस्ती किया, तब पर भी वो एम्बुलेंस वाले को बोला तुम लेके जाओ इसको। बोला हम लेके नहीं जाऊँगा, हमारा काम है छोड़ना, मैं छोड़ दिया, अब लेके नहीं जाऊँगा। फिर भी हम चिरौरी मिनती किया, तो एम्बुलेंस वाला बेचारा प्राइवेट में, फिर मैडम को बात लगाया, फ़ोन लगाया, फिर मैडम बोली जाओ प्राइवेट में बात करवाता हूँ मैं, उसका पैसा नहीं लगेगा। फिर वहाँ गया तो वो फार्म काटा, 300 रुपया पर्ची मांग रहा है। मैं बोला मैं मेरे पास 300 नहीं 200 रुपया है। तो बोला कोई बात नहीं, 200 का ही पर्ची कटवा ले। मैं 200 का पर्ची कटवा लिया। फिर वो बाद में कहता है पर्ची लिख दिया, कहता भैया चंडीगढ़ पीजीआई जाओ। हम कहा भाई मैडम जी तो देखा तो हूँ नहीं, कहाँ मैं जाऊँगा चंडीगढ़ पीजीआई, और भी एक छोटा बच्चा है मेरे पास, परिवार कैसे लेके जाऊँगा। बोरी गठरी था पूरा कस के भरा हुआ, कम्बल उम्बल था। मैं बोला अब रात में कहाँ जाऊँगा, परिवार रोने लगे। मैं बोला रो मत, तेरे को फिर मैं मंडी लेके चलूँगा। तो वहाँ से आया, फिर कमरे पे तो भाभी जो है मनप्रीत भाभी जो है जीवन के घर वाली, उन्होंने हमारी मदद करी। एक भाभी वो है जान हमारी घरवाली को, वही दोनों बचाई। तो बोली बेटी यार तू ऐसा कर, कोई टेंशन ना रख, मैं तुम्हारा मदद करता हूँ। तो उन्होंने मदद किया, उन्होंने ऑपरेशन करवाया। 11वें महीने बच्चा हुआ है आपकी घरवाली? ये भाई साहब फिर फ़ोन किए, भाभी जी मनप्रीत, तो उन्होंने फ़ोन किया, तब जाके भाई साहब आए, उन्होंने मदद किया, तब जाकर हमारे घरवाली की डिलीवरी हुआ। ਇਹ ਕੋਈ ਸਿੱਖਿਆ ਸਿਖਾਇਆ, ਕੋਈ ਪੈਸੇ ਦੇ ਕੇ ਬੁਲਾਇਆ ਹੋਇਆ ਪੇਸ਼ੈਂਟ ਨਹੀਂ ਹੈਗਾ। ਤੁਸੀਂ ਹਸਪੀਟਲ ਦੇ ਸਰਕਾਰੀ ਦੇ ਹਾਲ ਦੇਖ ਲਓ। ਸਾਨੂੰ ਕਾਲ ਆਈ ਸੀਗੀ ਇਹਨਾਂ ਦੇ ਮਕਾਨ ਮਾਲਕ ਦਾ, ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਉਹਨਾਂ ਨੇ ਵੀ ਦਰਦ ਸਮਝਿਆ। ਅਸੀਂ ਪਤਾ ਕੀਤਾ, ਕਹਿੰਦੇ ਸਟ੍ਰਾਈਕ ਆ। ਤੁਸੀਂ ਆ ਦੇਖ ਲਓ ਸਰਕਾਰੀ ਹਾਲ ਦੇਖ ਲਓ। ਇੱਕ ਪੈਸੇ ਨਹੀਂ ਸੀ ਇਹਨਾਂ ਕੋਲ ਡਿਲੀਵਰੀ ਲਈ, ਤੇ ਫਿਰ ਇਹਨਾਂ ਨੇ ਫਿਰ ਸਾਡੇ ਡੋਨਰਸ ਨੇ ਜਾ ਕੇ ਪ੍ਰਾਈਵੇਟ ਹਸਪੀਟਲ 'ਚ ਇਹਨਾਂ ਦੀ ਡਿਲੀਵਰੀ ਕਰਾਈ ਹੈ। ਚਲੋ ਇਹ ਸ਼ੁਕਰ ਹੈ ਬੱਚੀ ਤੇ ਉਹਦੀ ਮਦਰ ਠੀਕ ਨੇ। ਨਾਲੇ ਵੈਸੇ ਤਾਂ ਸਰਕਾਰ ਲੋਗਨ ਲਾਉਂਦੀ ਹੈ ਵੀ ਬੇਟੀ ਬਚਾਓ ਬੇਟੀ ਪੜ੍ਹਾਓ। ਉਹ ਬੇਟੀ ਨੂੰ ਪੈਦਾ ਹੋਣ ਲਈ ਉਹੀ 2 ਮਹੀਨੇ ਇਹਨਾਂ ਨੇ ਦੇਖ ਲਓ 11ਵੇਂ ਮਹੀਨੇ 'ਚ ਡਿਲੀਵਰੀ ਹੋਈ ਹੈ। ਤੇ ਤੁਸੀਂ ਗਰਾਊਂਡ ਲੈਵਲ ਤੇ ਹਾਲ ਦੇਖ ਲਓ ਕੀ ਨੇ। ਮਜਬੂਰ ਹੋ ਕੇ ਆਪਣੀ ਘਰਵਾਲੀ ਨੂੰ ਘਰੇ ਬਿਠਾ ਲਿਆ ਸੀ। ਹਾਂਜੀ ਜਦੋਂ ਸਾਰੇ ਹਸਪਤਾਲਾਂ ਨੇ ਮਨਾ ਕਰ ਦਿੱਤਾ, ਜਵਾਬ ਦੇ ਦਿੱਤਾ, ਤਾਂ ਇਹਨਾਂ ਨੇ ਅੱਕ ਕੇ ਘਰਵਾਲੀ ਨੂੰ ਘਰੇ ਬਿਠਾ ਲਿਆ ਸੀ ਵੀ ਜੋ ਹੋਏਗਾ ਦੇਖਿਆ ਜਾਏਗਾ। ਇਹਨਾਂ ਨੇ ਜੀ ਕੀ ਕਰੇ ਜੀ, ਮਜਬੂਰ ਬੰਦਾ ਦੇਖੋ ਜਿਹਦੇ ਕੋਲ ਪੈਸੇ ਨਾ ਹੋਣ। ਸਰਕਾਰੀ ਹਸਪੀਟਲ ਦੇ ਵਿੱਚ ਸਟ੍ਰਾਈਕ ਜੀ, ਮੈਂ ਤੁਹਾਨੂੰ ਦੱਸਦਾ ਰਿਹਾ ਜੀ, ਇਹ ਸਿਰਫ ਕੇਸ ਇੱਕ ਆਪਣੇ ਸਾਹਮਣੇ ਆਇਆ। ਇਹ ਹੁਣ ਮਜਬੂਰ ਬੰਦਾ, ਇਹਨੂੰ ਕੀ ਪਤਾ ਜੀ ਇੱਥੋਂ। ਹੁਣ ਜੇ ਮੇਰੇ ਵਰਗੇ ਨੂੰ ਛੱਡ ਕੇ ਆਪਣੇ ਵਰਗੇ ਪੰਜਾਬੀ ਨੂੰ ਕੋਈ ਆਗਰੇ ਭੇਜ ਦੇਵੇ, ਆਪਾਂ ਨੂੰ ਕੁਝ ਪਤਾ ਥੋੜੀ ਲੱਗਣਾ ਵੀ ਇੱਥੇ ਕੀ ਸਿਸਟਮ ਹੈ ਕੀ ਨਹੀਂ। ਇੱਕ ਰੋਟੀ ਕਮਾਉਣ ਆਇਆ 4 ਪੈਸੇ, ਇਹਨੇ ਸੋਚਿਆ ਵੀ ਪੰਜਾਬ ਜਾਊਂਗਾ, ਪੰਜਾਬ ਦੇ ਵਿੱਚ ਆਪਣਾ ਪਰਿਵਾਰ ਪਾਲੂੰਗਾ। ਹੁਣ ਸਰਕਾਰਾਂ ਤੋਂ ਦੁਖੀ ਹੋ ਕੇ ਇਹ ਉਧਰਲੀ ਸਰਕਾਰ ਤੋਂ ਦੁਖੀ ਹੋ ਕੇ ਇੱਥੇ ਆਇਆ ਵੀ ਪੰਜਾਬ 'ਚ ਚਲੋ ਹੋਰ ਕੁਝ ਨਹੀਂ। ਇਹ 500 ਰੁਪਇਆ ਕਾਹਦੇ ਲਈ ਕਮਾਉਂਦਾ ਹੈ? ਅਮੀਰ ਹੋਣ ਲਈ ਨਹੀਂ ਕਮਾਉਂਦਾ ਕਿ ਮੈਂ ਅਮੀਰ ਹੋਵਾਂ, ਮੇਰੀ ਲਾਈਫ ਲਗਜ਼ਰੀਨੈਸ ਹੋਵੇ। ਇਹ ਸਿਰਫ ਇਹ ਹੈ ਕਿ 3 ਵਕਤ ਦੀ ਮੈਨੂੰ ਰੋਟੀ ਮਿਲ ਜਾਵੇ, ਮੇਰੇ ਪਰਿਵਾਰ ਦਾ ਖਰਚਾ ਚੱਲ ਜਾਵੇ, ਬੱਚੇ ਦੁੱਧ ਪੀ ਲੈਣ। ਇਸ ਤੋਂ ਇਲਾਵਾ ਹੋਰ ਥੋੜੀ ਹੈ ਜੀ ਇਹਨਾਂ ਦਾ ਕੋਈ ਡ੍ਰੀਮ ਵੀ ਹਾਂ ਵੀ 500 ਰੁਪਇਆ ਪਾਲ ਕੇ ਕੀ ਕਰੂਗਾ ਜੀ ਇਹ ਬੰਦਾ। डर लगा था जब कहीं भी डिलीवरी नहीं हो रही थी तो बच्चा कैसे आएगा इस दुनिया में, पत्नी का क्या बनेगा, ये चल रहा था दिमाग में? डर तो था ही मैडम, अब क्या करे। 1 हफ्ता से मेरे को सरकारी में दौड़ा रहा था। ਦੋਨਾਂ ਦੀ ਜਾਨ ਤਾਂ ਖਤਰੇ 'ਚ ਹੀ ਸੀਗੀ ਨਾ ਜੀ। ਨਾ ਬੇਟੀ ਨੂੰ ਵੀ ਕੁਝ ਹੋ ਸਕਦਾ ਸੀ। ਮੇਨ ਤਾਂ ਦੋਸ਼ ਇਹਦੇ ਵਿੱਚ ਕਿਸੇ ਹੋਰ ਦਾ ਨਹੀਂ, ਸਰਕਾਰਾਂ ਦਾ ਜੀ। ਐਨਜੀਓ ਨੇ ਪੁੰਨ ਤਾਂ ਬਹੁਤ ਕਮਾਇਆ, ਇੱਕ ਮਾਂ ਨੂੰ ਬਚਾਇਆ, ਉਸਦੇ ਬੱਚੇ ਨੂੰ ਬਚਾਇਆ ਹੈ, ਪਰ ਸਰਕਾਰਾਂ ਇੰਨੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਔਰ तमाम ਦਾਅਵੇ ਖੋਖਲੇ ਸਾਬਤ ਹੁੰਦੇ ਨੇ ਔਰ ਉਸ ਤੋਂ ਬਾਅਦ ਸੱਤਾ ਚਾਉਣ ਦੇ ਲਈ ਮੁੜ ਮੁੜ ਘਰ ਦੇ ਦਰਵਾਜ਼ੇ ਖੜਕਾਉਣੇ ਔਰ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਵਰਗਾ ਬਣਨ ਦੀ ਕੋਸ਼ਿਸ਼ ਕਰਨਾ, ਇਸ ਗਰੀਬ ਤੇ ਕੀ ਬੀਤੀ ਹੋਣੀ ਹੈ? ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਵਾਲਿਆਂ ਦਾ ਧੰਨਵਾਦ ਕਰਦਾ ਆਪਣੀ ਪੂਰੀ ਐਨਜੀਓ ਵੱਲੋਂ, ਸਾਈਂ ਕੇ ਦੀਵਾਨੇ ਕਲੱਬ ਰਜਿਸਟਰਡ ਮੰਡੀ ਗੋਬਿੰਦਗੜ੍ਹ ਤੋਂ। ਦੀਦੀ ਤੁਸੀਂ ਸਾਰਾ ਇਸ਼ੂ ਭਾਈ ਉਹਨਾਂ ਨੇ ਦੱਸਿਆ ਜੀ, ਇਹਨਾਂ ਨੇ ਦੱਸਿਆ। ਜਦੋਂ ਅਸੀਂ ਇਹਨਾਂ ਕੋਲ ਪਹੁੰਚੇ, ਜਦੋਂ ਮੈਂ ਆ ਕੇ ਇਹਨੂੰ ਪੁੱਛਿਆ ਵੀ ਤੇਰੇ ਕੋਲ ਹੁਣ ਕਿੰਨੇ ਪੈਸੇ ਨੇ, ਤਾਂ ਇਹਨੇ ਉਦੋਂ ਵੀ ਜਵਾਬ ਦਿੱਤਾ ਕਿ ਮੇਰੇ ਕੋਲ ਕੋਈ ਪੈਸਾ ਨਹੀਂ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦਾ ਬੈਠੇ ਆ ਘਰੇ, ਬੈਠੇ ਆ, ਦੇਖੀ ਜਾਊ, ਪਰਮਾਤਮਾ ਦਾ ਸਾਥ ਹੈ। ਜਦੋਂ ਮਕਾਨ ਮਾਲਕਾਂ ਨਾਲ ਗੱਲ ਕੀਤੀ ਤਾਂ ਦੀਦੀ ਉਹਨਾਂ ਨੇ ਦੱਸਿਆ, ਤੇ ਉਹਨਾਂ ਨੇ ਮਹੱਲੇ ਦੇ ਵਿੱਚੋਂ 14-15 ਹਜ਼ਾਰ ਰੁਪਏ ਇਕੱਠਾ ਕੀਤਾ। ਤੇ ਜਿਹੜੇ ਮਾਲਕ ਨੇ ਜੀਵਨਵੀਰ ਜੀ, ਉਹਨਾਂ ਨੇ ਦੱਸਿਆ ਕਿ ਮੈਂ 4-5 ਹਜ਼ਾਰ ਆਪਣੇ ਫਰੈਂਡ ਸਰਕਲ ਚੋਂ ਇਕੱਠਾ ਕਰ ਲੂੰ। ਮੈਂ ਕਿਹਾ ਕੋਈ ਗੱਲ ਨਹੀਂ ਭਾਜੀ, ਸਾਡੀ ਟੀਮ ਹਾਜ਼ਰ ਆ ਤੇ ਅਸੀਂ ਨਾਲ ਖੜੇ ਆ। ਸਾਡੀ ਟੀਮ ਦੇ ਮੈਂਬਰ ਹੁਣ ਵੀ ਸਾਡੇ ਨਾਲ ਪਹੁੰਚੇ ਹੋਏ ਨੇ। ਤੇ ਇਹਨਾਂ ਨੂੰ ਰਾਤ ਨੂੰ ਇਹ ਤਕਰੀਬਨ ਜਦੋਂ ਇਸ਼ੂ ਭਾਈ ਨਾਲ ਮੇਰੀ ਗੱਲ ਕਲੀਅਰ ਹੋਈ ਤਾਂ ਮੈਂ ਇਹਨਾਂ ਨੂੰ 11:30 ਪੌਣੇ 12 ਵਜੇ ਇੱਥੋਂ ਲੈ ਗਿਆ ਸੀਗਾ। ਤੇ ਨਾਲ ਸਾਡੇ ਉਰੇ ਗੋਬਿੰਦਗੜ੍ਹ 'ਚ ਇੱਕ ਕਾਰ ਸੇਵਾ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਬੁਲਾਇਆ, ਨਾਲ ਕਾਰ ਦੇ ਵਿੱਚ ਹੀ ਲੇਡੀਜ਼ ਨੂੰ ਬਿਠਾ ਕੇ ਅਸੀਂ ਅਮਨ ਹਸਪੀਟਲ ਵਿੱਚ ਲੈ ਕੇ ਗਏ। ਤੇ ਨਾਲ ਉਹਨਾਂ ਨੇ ਮੈਡਮ ਨੇ ਬਾਕੀ ਹਸਪੀਟਲਾਂ ਵਿੱਚ ਇਹਨਾਂ ਨੂੰ ਜਵਾਬ ਵੀ ਮਿਲਿਆ ਕਿ ਅਸੀਂ ਨਹੀਂ ਡਿਲੀਵਰੀ ਕਰ ਸਕਦੇ, ਤੁਸੀਂ ਬੜੇ ਹਸਪੀਟਲ ਦੇ ਵਿੱਚ ਜਾਓ। ਤੇ ਉਹ ਦੀਦੀ ਦੇ ਮੈਂ ਧੰਨਵਾਦ ਕਰਦਾ। ਜਦੋਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਹਨਾਂ ਦੀ ਕੇਅਰ ਕਰੋ, ਦੇਖੋ, ਤਾਂ ਉਹਨਾਂ ਨੇ ਕਿਹਾ ਕੋਈ ਨਹੀਂ, ਐਡਮਿਟ ਕਰਵਾਓ, ਸਵੇਰੇ ਆਪਾਂ ਟੈਸਟ ਵਗੈਰਾ ਕਰਾਵਾਂਗੇ ਤੇ ਉਸ ਤੋਂ ਇਹਨਾਂ ਬਾਅਦ ਇਹਨਾਂ ਦੀ ਡਿਲੀਵਰੀ ਕਰਾਂਗੇ। ਤੇ 11:30 ਵਜੇ ਉਹਨਾਂ ਨੇ ਫਿਰ ਡਿਲੀਵਰੀ ਕਰੀ। ਪੰਜਾਬ ਸਰਕਾਰ ਦੇ ਸੀਐਮ ਤਾਂ ਚਲੋ ਫੇਰ ਵੀ ਦੂਰ ਦੂਰ ਹੁੰਦੇ ਨੇ, ਜਿਵੇਂ ਪਹਿਲਾਂ ਪਟਿਆਲੇ ਦੇ ਸੀਗੇ, ਹੁਣ ਸ਼ਾਇਦ ਰੋਪੜ ਦੇ ਨੇ ਜਾਂ
ਸੀਐਮ ਤੋਂ ਪਹਿਲਾਂ ਐਮਪੀ ਐਮਐਲਏ ਜਿਹੜੇ ਆਪਣੇ ਨੇੜੇ ਦੇ ਬਣਦੇ ਨੇ ਉਹਨਾਂ ਨੂੰ ਦੇਖ ਰੇਖ ਕਰਨੀ ਚਾਹੀਦੀ ਹੈ। ਕਦੇ ਸਿਵਲ ਹਸਪੀਟਲ ਉਹਨਾਂ ਦਾ ਆਪਣਾ ਪੇਸ਼ੈਂਟ ਜਦੋਂ ਐਡਮਿਟ ਹੋਵੇ ਤਾਂ ਉਹਨਾਂ ਨੂੰ ਪਤਾ ਲੱਗੇ। ਉਹਨਾਂ ਦੇ ਜਿਹੜੇ ਪੇਸ਼ੈਂਟ ਨੇ ਉਹ ਬੜੇ ਹਸਪੀਟਲਾਂ ਵਿੱਚ ਕੋਲਾਂ ਕਰਕੇ ਪਹਿਲਾਂ ਹੀ ਮਤਲਬ ਕਿ ਜਗ੍ਹਾ ਵੀ ਬਣਾਈ ਹੁੰਦੀ ਹੈ, ਰਿਜ਼ਰਵੇਸ਼ਨ ਹੋ ਜਾਂਦੀ ਹੈ। ਤੇ ਜਿਹੜੇ ਸਾਡੇ ਵਰਗੇ ਲੋਕ ਮਿਡਲ ਕਲਾਸ ਦੇ ਜਾਂ ਇਹ ਪ੍ਰਵਾਸੀ ਭਾਈਚਾਰਾ, ਚਲੋ ਜੇ ਇਹਨਾਂ ਦੀਆਂ ਵੋਟਾਂ ਨਹੀਂ ਬਣਦੀਆਂ ਤਾਂ ਇਹ ਥੋੜ੍ਹੀ ਹੈ ਵੀ ਆਪਾਂ ਇਹਨਾਂ ਦਾ ਇਲਾਜ ਨਹੀਂ ਕਰਵਾਉਣਾ। ਸਰਕਾਰੀ ਸਹੂਲਤਾਂ ਇਹੋ ਜਿਹੀਆਂ ਹੋਈਆਂ ਵੀਆਂ ਨੇ ਵੀ ਜੇ ਵੋਟਾਂ ਬਣੀਆਂ ਹੋਈਆਂ ਨੇ ਤਾਂ ਐਮਸੀ ਐਮਐਲਏ ਜਾਂ ਐਮਪੀ ਨਾਲ ਖੜਦੇ ਨੇ, ਉਹ ਤੋਂ ਇਲਾਵਾ ਨਾਲ ਨਹੀਂ ਖੜਦੇ। आपकी यहाँ की वोट नहीं बनी? नहीं जी मैडम, कहाँ से हो आप? हम यहाँ यूपी का है, अम्बेडकर नगर। अच्छा, यहाँ वोट नहीं बनी तो शायद सरकार को लगता है आप किसी काम के नहीं हो। जो हमारे बड़े बड़े लीडर हैं हमारे, उनको लगता है कि शायद ये प्रवासी, ये जो पंजाब के नहीं है, जिन्होंने वोट नहीं डालनी, वो किसी काम के नहीं। ਨੂੰ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਇਹ ਦੇਖੋ ਵੀ ਇਹ ਕਹਿ ਰਹੇ ਆ ਕਿ ਜਦੋਂ ਵੀ ਹਸਪੀਟਲ ਜਾਣਾ ਤਾਂ ਉਹ ਕਹਿ ਦਿੰਦੇ ਨੇ ਵੀ ਰਿਪੋਰਟ 1-2 ਵਜੇ ਆਊਗੀ। 1-2 ਵਜੇ ਰਿਪੋਰਟ ਵਿਚਾਰੇ ਨੇ ਲੈ ਕੇ ਕੀ ਕਰਨੀ ਹੈ? ਜਦੋਂ ਰਿਪੋਰਟ ਮਿਲਦੀ ਹੈ ਤਾਂ ਸਟਾਫ ਉੱਠ ਕੇ ਚਲੇ ਜਾਂਦਾ ਹੈ। ਵੈਸੇ ਹੀ ਨਹੀਂ ਸਟਾਫ ਮਿਲਦਾ। ਗਰਮੀਆਂ ਦੇ ਵਿੱਚ ਏਸੀ ਲਾ ਕੇ ਬੈਠੇ ਰਹਿੰਦੇ ਨੇ। ਸਰਦੀਆਂ 'ਚ ਜਾਓ ਤਾਂ ਮਤਲਬ ਕਿ ਆਪਣਾ ਹੀਟਰ ਵਗੈਰਾ ਲਗਾਇਆ ਹੁੰਦਾ, ਇੱਕ ਕਮਰੇ 'ਚ ਸਾਰਾ ਸਟਾਫ ਉੱਥੇ ਇਕੱਠਾ ਹੋਇਆ ਹੁੰਦਾ। ਦੂਜਿਆਂ ਨੂੰ ਭੇਜੀ ਜਾਂਦੇ ਨੇ ਕਿ ਡਾਕਟਰ ਹੈ ਨਹੀਂ, ਸਟਾਫ ਹੈ ਨਹੀਂ, ਕੋਈ ਸੁਣਵਾਈ ਹੋਈ ਨਹੀਂ ਸਿਵਲ ਹਸਪੀਟਲਾਂ ਦੇ ਵਿੱਚ। ਸਾਡੇ ਕੋਲ ਇਹੋ ਜਿਹੀਆਂ ਵੀਡੀਓ ਪਈਆਂ ਨੇ, ਸਾਡੇ ਗੋਬਿੰਦਗੜ੍ਹ ਦੇ ਹਸਪਤਾਲ ਦੀਆਂ ਛੱਤਾਂ 'ਚ ਹੁੰਦੀਆਂ ਨੇ ਦੀਦੀ, ਅਸੀਂ ਜਾ ਕੇ ਆਪ ਦੇਖਿਆ ਹੋਇਆ ਹੈ। ਪਹਿਲਾਂ ਅਸੀਂ ਬੈਠਦੇ ਸੀ, ਸੇਵਾ ਲਗਾਉਂਦੇ ਸੀ, ਘੰਟਾ ਬੈਠਦੇ ਸੀ, ਪਰ ਉੱਥੇ ਜਦੋਂ ਕੋਈ ਵੀ ਕੇਸ ਆ ਜਾਣਾ ਸਾਡੇ ਤੋਂ ਰਿਹਾ ਨਾ ਜਾਣਾ, ਅਸੀਂ ਉੱਠ ਕੇ ਨਾਲ ਆਪ ਤੁਰ ਪੈਣਾ ਡਾਕਟਰ ਸਾਹਿਬ ਕੋਲ। ਤੇ ਬਾਅਦ 'ਚ ਫਿਰ ਸੁਣਵਾਈ ਇਹੀ ਹੁੰਦੀ ਹੈ ਕਿ ਤੁਹਾਡੇ ਤੇ ਪਰਚਾ ਕਰਾ ਦੇਣਾ, ਤੁਹਾਨੂੰ ਇੱਥੇ ਬੈਠਣ ਨਹੀਂ ਦੇਣਾ। ਸਾਡੇ ਫਲੈਕਸ ਵੀ ਪਾੜੇ ਨੇ ਇੱਥੇ। ਚਲੋ ਅਸੀਂ ਫੇਰ ਵੀ ਸੇਵਾ ਤਾਂ ਬੰਦ ਨਹੀਂ ਕੀਤੀ, ਉਹ ਸਾਡੀ ਨਾ ਬੰਦ ਕਰਵਾ ਸਕੇ ਨੇ। ਸਾਨੂੰ ਅਨਮੋਲ ਭਾਜੀ, ਉਹਨਾਂ ਦਾ ਈਸ਼ੂ ਭਾਜੀ, ਉਹਨਾਂ ਦਾ ਮੋਹਿਤ ਭਾਜੀ, ਉਹਨਾਂ ਦਾ ਜਿਹੜੇ ਚੰਡੀਗੜ੍ਹ ਨੇ, ਸਾਨੂੰ ਸਾਰੇ ਭਰਾਵਾਂ ਦਾ ਇਹਨਾਂ ਦਾ ਸਾਥ ਮਿਲਿਆ, ਤਾਂ ਅਸੀਂ ਇਹ ਲਗਾਤਾਰ ਸੇਵਾ ਕਰਦੇ ਨੂੰ 5 ਸਾਲ ਹੋ ਗਏ। ਤੁਹਾਨੂੰ ਧਮਕੀਆਂ ਵੀ ਮਿਲਦੀਆਂ ਵੀ ਪਰਚੇ? ਸਾਨੂੰ ਧਮਕੀਆਂ ਮਿਲੀਆਂ ਨੇ ਪਰਚੇ ਦੀਆਂ ਜੀ। ਜੇ ਡਾਕਟਰ ਨਾਲ ਅਸੀਂ ਗੱਲਬਾਤ ਕਰਦੇ ਸੀ ਵੀ ਤੁਸੀਂ ਕਿਉਂ ਨਹੀਂ ਦੇਖਦੇ, ਉਹ ਕਹਿੰਦੇ ਸੀ ਤੁਸੀਂ ਸਾਡੇ ਵਿੱਚ ਨਾ ਆਓ, ਅਸੀਂ ਦੇਖਣਾ ਪੇਸ਼ੈਂਟ ਜਾਂ ਨਹੀਂ ਦੇਖਣਾ। ਤਾਂ ਇੱਕ ਵਾਰ ਪੁਲਿਸ ਕਾਰਵਾਈ ਲਈ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ। ਉਹ ਚਲੋ ਲੋਕਲ ਕਰਕੇ ਸਾਰਾ ਜਾਣਦੇ ਹੀ ਨੇ ਵੀ ਚਲੋ ਸੇਵਾ ਕਰਦੇ ਨੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਪਿਆਰ ਨਾਲ ਉੱਥੋਂ ਸਾਨੂੰ ਵਾਪਸ ਭੇਜਤਾ ਜੀ। ਜੇ ਇਸ ਤਰ੍ਹਾਂ ਸਮਾਜ ਸੇਵੀਆਂ ਤੇ ਪਰਚੇ ਹੋਣ ਲੱਗ ਗਏ, ਧਮਕੀਆਂ ਮਿਲਣ ਲੱਗ ਗਈਆਂ, ਤਾਂ ਫਿਰ ਸੇਵਾ ਕੌਣ ਕਰੇਗਾ? ਹਰ ਸਮਾਜ ਸੇਵੀ ਤਾਂ ਇੰਨਾ ਨਿਡਰ ਨਹੀਂ ਹੁੰਦਾ। ਇਹਦੇ ਵਿੱਚ ਹੁਣ ਦੇਖੋ ਜੀ, ਹੌਲੀ ਹੌਲੀ ਐਕਸਪੀਰੀਅੰਸ ਨਾਲ ਸਭ ਨੂੰ ਪਤਾ ਹੈ ਜੀ ਚੰਗੇ ਬੁਰੇ ਦਾ ਕੀ ਹੈ। ਉਹਨੂੰ ਪਤਾ ਵੀ ਮੈਂ ਚੰਗਾ ਕੰਮ ਕਰ ਰਿਹਾ। ਦੇਖੋ ਮਿੱਠੇ ਫਲ ਤੇ ਤਾਂ ਵੱਟੇ ਵੱਜਦੇ ਹੀ ਹੈ ਜੀ। ਹੁਣ ਤੱਕ ਵੱਜੇ ਆ। ਸਾਡੇ ਟੀਮ ਤੇ ਕਿੰਨੇ ਐਲੀਗੇਸ਼ਨ ਲੱਗੇ ਆ। ਦੇਖੋ ਹਜੇ ਵੀ ਅਨਮੋਲ ਭਾਜੀ, ਸਾਡੀ ਟੀਮ ਉੱਥੇ ਡੇਲੀ ਹਸਪੀਟਲ 'ਚ ਮਿਲਦੀ ਹੈ, ਜਿਨ੍ਹਾਂ ਕਿੰਨੇ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਹੋ ਚੁੱਕਿਆ ਦੀਦੀ, ਤੁਸੀਂ ਦੇਖਦੇ ਹੀ ਹੋ। ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਪਤਾ ਹੀ ਹੈ। ਆ ਤੁਹਾਡੇ ਅੱਗੇ ਐਗਜ਼ਾਮਪਲ ਹੈਗੀ ਹੈ। ਬਾਕੀ ਮੈਂ ਸਰਕਾਰਾਂ ਨੂੰ ਇੱਕ ਜ਼ਰੂਰ ਮੈਸੇਜ ਦਊਂਗਾ, ਅਗਰ ਸਪੋਜ਼ ਕਰੋ ਕਿਸੇ ਵੀ ਸੀਐਮ ਦੇ ਘਰੇ ਜਾਂ ਕਿਸੇ ਹੋਰ ਦੇ ਘਰੇ, ਐਮਪੀ ਐਮਐਲਏ ਦੇ ਘਰੇ, ਕਿਸੇ ਦੇ ਘਰੇ ਕੋਈ ਡਿਲੀਵਰੀ ਕੇਸ ਹੋ ਗਿਆ, ਉਹ ਕਦੇ ਸਿਵਲ ਹਸਪੀਟਲ 'ਚ ਜਾਊਗਾ? ਕਦੇ ਵੀ ਨਹੀਂ ਜਾਊਗਾ, ਸੋਚੂਗਾ ਵੀ ਨਹੀਂ, ਨੇੜੇ 'ਚ ਵੀ ਨਹੀਂ ਲੰਘੂਗਾ। ਉਹਨਾਂ ਨੂੰ ਪਤਾ ਨਾ, ਦਵਾਈ ਲੈਣ ਵੀ ਨਹੀਂ ਜਾਂਦੇ ਉਹ ਤਾਂ, ਕੁਝ ਵੀ ਨਹੀਂ ਕਰਦੇ ਜੀ। ਦੇਖੋ ਤੇ ਜਿਹੜੇ ਮਜਬੂਰ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਕੋਈ ਸਰਕਾਰ ਨੇ ਕਦੇ ਇਹ ਐਲਾਨ ਕੀਤਾ ਵੀ ਆਹ ਦੇਖੋ ਜੀ ਤੁਹਾਡੇ ਇਹਦੇ ਲਈ MRI ਮਸ਼ੀਨ ਆ, ਆਹ ਲੈਬ ਖੁੱਲੀ ਆ, ਆਹ ਟੈਸਟ ਖੁੱਲੀ ਆ, ਜਿਹੜਾ ਤੁਸੀਂ ਹਜ਼ਾਰਾਂ ਰੁਪਏ ਦਾ ਟੈਸਟ ਆ, ਕੋਈ ਵੈਂਟੀਲੇਟਰ ਦੀ ਆ। ਕਰੋਨਾ 'ਚ ਤੁਸੀਂ ਹਾਲ ਦੇਖਿਆ ਹੀ ਆ ਜੀ, ਜਿਹੜੇ ਵਿਚਾਰੇ ਕਈ ਵੈਂਟੀਲੇਟਰ ਤੋਂ ਬਿਨਾਂ ਮਰ ਗਏ, ਕਈਆਂ ਨੂੰ ਆਕਸੀਜਨ ਨਹੀਂ ਮਿਲੀ। ਇੱਥੇ ਜਦੋਂ ਚੀਜ਼ ਦੀ ਜ਼ਰੂਰਤ ਹੁੰਦੀ ਆ ਉਦੋਂ ਬਲੈਕ ਹੋਣ ਲੱਗ ਜਾਂਦੀ ਆ। ਆਪਣਾ ਦੇਸ਼ ਤਾਂ ਐਸਾ ਜੀ, ਦੇਖੋ ਤੁਸੀਂ। ਇੱਕ ਜਨਨੀ ਤੜਪ ਰਹੀ ਸੀ ਆਪਣੇ ਬੱਚੇ ਨੂੰ ਜਨਮ ਦੇਣ ਦੇ ਲਈ, ਔਰ ਉਸ ਦਾ ਕੋਈ ਹਾਲ ਨਹੀਂ ਸੀ ਪੁੱਛ ਰਿਹਾ। ਉਸ ਦਾ ਹਾਲ ਜੇ ਕਿਸੇ ਦੇ ਉਹਨਾਂ ਦੇ ਆਪ ਦੇ ਬੀਤਦੀ ਹੋਵੇ ਫੇਰ ਹੈ ਨਾ ਜੀ। ਉਹਨਾਂ ਨੂੰ ਤਾਂ ਉਹ ਤਾਂ ਆਪਣੀ ਲਗਜ਼ਰੀਨੈਸ ਵਾਈਫ 'ਚ ਦਿੰਦੇ ਆ। ਹੈਲੀਕਾਪਟਰ 'ਚ ਜਾਣਾ ਉਹਨਾਂ ਨੇ, ਜਿੱਥੇ ਜਾਣਾ, ਗੱਡੀਆਂ 'ਚ ਜਾਣਾ, ਗੱਡੀਆਂ 'ਚ ਸਫ਼ਰ ਕਰਨਾ। ਉਹਨਾਂ ਨੂੰ ਗਰਾਊਂਡ ਲੈਵਲ ਦਾ ਪਤਾ ਹੀ ਨਹੀਂ। ਕਦੇ ਇੱਕ ਉਹਨਾਂ ਨੂੰ ਪਤਾ ਹੋਵੇ ਨਾ ਵੀ ਇੱਕ ਵਕਤ ਦੀ ਰੋਟੀ ਨਾ ਮਿਲੇ ਵੀ ਕੀ ਬੀਤਦੀ ਆ, ਘਰੇ ਵੀ ਬੱਚੇ ਵੀ ਨੇ, ਸਾਰਾ ਕੁਝ ਫੇਰ ਪਤਾ ਹੁੰਦਾ ਜੀ। ਉਹਨਾਂ ਬਾਰੇ ਇਹਨਾਂ ਬਾਰੇ ਥੋੜੀ ਸੋਚਣਾ। ਇਹਦਾ ਹੁਣ ਵੋਟਰ ਕਾਰਡ ਨਹੀਂ, ਕੁਝ ਨਹੀਂ। ਇਹ ਸਰਕਾਰ ਲਈ ਬੰਦਾ ਕੋਈ ਯੂਜ਼ਲੈਸ ਹੈ, ਇਹਦੇ ਲਈ ਕੋਈ ਯੂਜ਼ ਨਹੀਂ ਹੈਗਾ। ਇਹ ਆਪਣਾ ਕਮਾਊਗਾ, ਖਾਊਗਾ, ਫਿਰ अपने 2 टाइम की रोटी खा लूँ, नहीं तो ये बैठा जी टाइम काट रहे। आम जो औरत होती है वो 9वें महीने के बाद डिलीवरी उसकी हो जाती है, या 9 महीने से कुछ समय पहले हो जाती है। 11वें महीने डिलीवरी हुई है, आपको आपकी पत्नी को डर नहीं लगा था? मैडम जी डर लग के क्या करेगा। मैं जब जाता था तो मैडम उठ जाती थी, वहाँ रिपोर्ट चेक करवाता था तो 2 बजे वो लोग रिपोर्ट देता था। बोला भी दे देता हूँ। मैं बोला मैडम उठ जाएगी, बोलता मैं की करे। 1 बजे बोलते थे, 1 बजे आए थे, 2 बजे रिपोर्ट देते थे, उतने में मैडम उठ के चले जाते थे। अब मैडम के कोठी पे थोड़ी जाऊंगा, उनके अस्पताल में जाऊंगा। जब सरकारी में मिलेंगे तभी, उसमें भी बीच में उठ जाती थी, वो स्टाफ पे बंद रहता था। फिर इंतजार करते थे, छुट्टी मार मार के फिर जाते थे उनके पास लेके। तो उस दिन बोली कि भैया जितनी जल्दी हो सके इसको राजेंद्रा अस्पताल लेके जाओ। मैं वहाँ गया तो वहाँ भी लिया नहीं, वहाँ वापस कर दिया, रिटेंड कर दिया। स्ट्राइक चल रही थी। हाँ, बोला स्ट्राइक चल रही है वहाँ पे। वो एम्बुलेंस वाला आया कि वहाँ पे भी पीछे पीछे दौड़ा, 300 का पर्ची काटा था। मैं बोला भाई 300 नहीं, मेरे पास 200 रुपया है। बोला कोई बात नहीं सरदार साहब, बोला 200 का कटवा ले तू। फिर मैं 200 का पर्ची कटवा लिया। बच्चा मेरे जेब में 100 रुपया, एक मेरा बच्चा छोटा था वो भी पीछा छोड़ता नहीं है, ठीक है। तो मैं 100 रुपया बचा था। फिर इसके बाद कहता है जाओ तो चंडीगढ़ PGI जाओ। मैं बोला आप चंडीगढ़ PGI कहाँ जाऊँगा,
5, साढ़े 5, 6 बज गया था वहाँ पे। मैं बोला अभी कहाँ जाऊँगा, चंडीगढ़ PGI। फिर वहाँ से पैदल को परिवार को पैदल लेके आया बस अड्डे तक ले, वहाँ से बस अड्डे लेके आया। 11वें महीने में पत्नी पैदल बस स्टैंड तक आई हॉस्पिटल। हाँ, एक साथ में बच्चा भी ली, मैं बोरा लिया था कुदूर, मैं बच्चा पकड़ा, वो ज़बरदस्ती पकड़ रही थी बच्चा। मैं बोला रहने दे, तू नहीं पकड़ पाएगी बच्चा। वो भी धीरे धीरे करी लेके आई। फिर मैं रिक्शा वाले किया, 20 रुपया वो मांग रहा था, 50 रुपया। मैं बोला भाई साहब मेरे पास पैसा नहीं है, 20 रुपया है, बशर्ते मजबूरी है, छोड़ना है तो छोड़ दो, नहीं छोड़ना तो ना छोड़ो। तो सरदार था बेचारा, बुजुर्ग था, वो 20 रुपया लिया, कहता चल बेटा मैं छोड़ दूंगा। अच्छा, जेड़े सरदार कोल गए ने सब ने मदद की है, चाहे पर्ची कट्टन वाले ने चाहे रिक्शे वाले ने। हाँ, बेचारा तब मेरे को रिक्शा वाला जो सरदार था वो बेचारा बस अड्डे तक मेरे को छोड़ा। 200 ਰੁਪਏ ਜੇਬ ਦੇ ਵਿੱਚ ਪਾ ਕੇ PGI ਚੰਡੀਗੜ੍ਹ ਪਤਾ ਨਹੀਂ ਕਿੱਥੇ ਕਿੱਥੇ ਵਿਚਾਰਾ ਫਿਰਿਆ ਆ ਦੇਖੋ ਲਿਖਿਆ ਹੋਇਆ ਸਾਰੇ ਵਿੱਚ, ਸਟ੍ਰਾਈਕ ਤੇ ਹੈ, ਕੋਈ ਕਿੱਥੇ ਹੈ ਆ ਹਾਂ, ਦੇਖੋ। ਤੁਸੀਂ ਦੇਖੋ ਕਿ ਜਿਸ ਹਸਪਤਾਲ ਜਾਂਦੇ ਸੀ ਉਸ ਹਸਪਤਾਲ ਇਸ ਨੂੰ ਲਿਖ ਕੇ ਦੇ ਦਿੰਦੇ ਸੀ ਕਿ ਇੱਥੇ ਜਿਹੜੇ ਡਾਕਟਰਸ ਨੇ ਉਹ ਸਟ੍ਰਾਈਕ ਤੇ ਨੇ, ਤਾਂ ਡਾਕਟਰਸ ਦੀ ਸਟ੍ਰਾਈਕ ਹੈ, ਇਸ ਕਰਕੇ ਇਸ ਹਸਪਤਾਲ ਦੇ ਵਿੱਚ ਤੁਹਾਡਾ ਕੇਸ ਨਹੀਂ ਦੇਖਿਆ ਜਾ ਸਕਦਾ, ਇੱਥੇ ਉਸ ਔਰਤ ਦੀ ਡਿਲੀਵਰੀ ਨਹੀਂ ਹੋ ਸਕਦੀ। ਇਹਨਾਂ ਨੂੰ ਲਿਖ ਕੇ ਕਈ ਹਸਪਤਾਲਾਂ ਨੇ ਦੇ ਦਿੱਤਾ, ਪਰ ਆਖਰ ਦੇ ਵਿੱਚ NGOs ਨੇ ਬਾਂਹ ਫੜੀ ਔਰ ਗਲੀ ਮੁਹੱਲੇ ਵਾਲਿਆਂ ਨੇ ਬਾਂਹ ਫੜੀ ਔਰ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਚੰਦ ਕੁ ਹਜ਼ਾਰ ਦਿੱਤੇ। ਉਸ ਤੋਂ ਬਾਅਦ ਇਹਨਾਂ ਦੀ ਪਤਨੀ ਦੀ 11ਵੇਂ ਮਹੀਨੇ ਜਾ ਕੇ ਡਿਲੀਵਰੀ ਹੋਈ ਹੈ। ਪਰ ਉਮੀਦ ਕਰਦੇ ਹਾਂ ਕਿ ਸ਼ਾਇਦ ਇਹ ਕਹਾਣੀ ਜੇਕਰ ਕਿਸੇ MLA MP ਜੇਕਰ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਨਾਂ ਤੱਕ ਪਹੁੰਚੇਗੀ ਤਾਂ ਸ਼ਾਇਦ ਥੋੜੀ ਸ਼ਰਮ ਆਏਗੀ, ਸ਼ਾਇਦ ਸਰਕਾਰੀ ਹਸਪਤਾਲਾਂ ਦੇ ਹਾਲਾਤ ਥੋੜੇ ਠੀਕ ਕਰਨ ਵੱਲ ਧਿਆਨ ਜਾਏਗਾ ਉਹਨਾਂ ਦਾ। ਦੇਖੋ ਜੀ ਜੋ ਸੋਸ਼ਲ ਮੀਡੀਆ ਤੇ ਚੀਜ਼ ਪੈਂਦੀ ਹੈ ਇਦਾਂ ਤਾਂ ਹੈ ਨਹੀਂ, ਸਰਕਾਰ ਨੂੰ ਸਭ ਪਤਾ ਹੁੰਦਾ ਜੀ ਵੀ ਕੌਣ ਕੀ ਕਰ ਰਿਹਾ ਕੌਣ ਨਹੀਂ ਕੀ ਕਰ ਰਿਹਾ। ਉਹਨਾਂ ਲਈ ਤਾਂ ਦੇਖੋ ਜੇ ਉਹ ਸਹੂਲਤਾਂ ਦੇਣ ਲੱਗ ਜਾਣਗੇ ਫਿਰ ਉਹਨਾਂ ਨੂੰ ਪਤਾ ਹੈ ਵੀ ਬਾਅਦ ਦੇ ਵਿੱਚ VOTING ਸਿਸਟਮ ਹੈ, ਇਹ ਤਾਂ ਉਹਨਾਂ ਨੇ ਕੰਟਰੋਲ 'ਚ ਰੱਖਣੀ ਹੋਈ ਨਹੀਂ ਚੀਜ਼ ਵੀ ਹੈਲਥ ਸਿਸਟਮ ਸਿਰਫ ਵਾਅਦੇ ਕਰਨੇ ਆ, ਸਿਰਫ ਵਾਅਦੇ ਵੀ ਅਸੀਂ ਆਹ ਐਲਾਨ ਕਰਤਾ, ਅਸੀਂ ਉਹ ਐਲਾਨ ਕਰਤਾ, ਆਹ ਐਲਾਨ ਕਰਤਾ। ਬਾਕੀ ਮੇਨ ਤਾਂ ਉਦੋਂ ਹੈ ਨਾ ਜਦੋਂ ਬੰਦੇ ਨੂੰ ਸਹੂਲਤ ਮਿਲਣ ਲੱਗ ਜੂਗੀ ਜੀ, ਸਹੂਲਤ ਤਾਂ ਮਿਲਦੀ ਨਹੀਂ ਜੀ, ਸਹੂਲਤ ਕਿਥੋਂ ਮਿਲਣੀ ਮੈਨੂੰ ਆਸ ਵੀ ਨਹੀਂ ਹੈਗੀ ਵੀ ਹੁਣ ਵੀ ਕੁਝ ਹੋਊਗਾ। ਦੇਖੋ ਹੁਣ ਪੂਰਾ ਵੋਟਾਂ ਦਾ ਪ੍ਰੈਸ਼ਰ ਹੈ, ਕੋਈ ਵੀ ਬਸ ਇਹੀ ਅਸੀਂ ਡੇਲੀ ਪੋਸਟ ਥਰੂ ਅੱਗੇ ਇਹੀ ਮੈਸੇਜ ਕਰਦੇ ਹਾਂ ਵੀ ਤੁਸੀਂ ਗਰੀਬ ਬੰਦੇ ਬਾਰੇ ਸੋਚੋ। ਸਰਕਾਰ ਜੀ ਕੋਈ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹ ਨਹੀਂ ਹੈਗਾ ਕਿ ਹਰ ਬੰਦਾ ਪ੍ਰਾਈਵੇਟ ਚਲਾ ਸਕਦਾ। ਜਿਹੜਾ 5 ਲੱਖ ਵਾਲਾ ਕਾਰਡ ਬਣਿਆ ਜੀ ਉਹ ਬਸ ਇੱਕੋ ਨਾਮ ਦਾ ਹੀ ਕਾਰਡ ਹੈ, ਕੀ ਕਰਦੇ ਆ ਪਤਾ ਨਹੀਂ, ਸਾਰਾ ਚੋਰ ਸਿਸਟਮ ਹੈ ਜੀ ਇਹਦੇ ਵਿੱਚ। ਅਸੀਂ ਤਾਂ NGO ਦੇ ਵਿੱਚ ਕੁਝ ਕਰ ਨਹੀਂ ਸਕਦੀ ਜੀ, ਇਹ ਬਣਦਾ ਕਿ ਸਰਕਾਰ ਇਹਦਾ ਧਿਆਨ ਦੇਵੇ, ਸਰਕਾਰ ਹਸਪੀਟਲਾਂ 'ਚ ਵਿਜ਼ਿਟ ਕਰੇ, ਦੇਖੇ ਵੀ ਹਾਂਜੀ ਵੀ ਸਾਰੇ ਨੂੰ ਮੇਨ ਹੁੰਦੀ ਹੈ ਜੇ ਸਿਹਤ ਹੈ ਤੰਦਰੁਸਤੀ ਹੈ ਤਾਂ ਸਭ ਕੁਝ ਹੈਗਾ, ਵੀ ਕੋਈ ਬੰਦਾ ਵਿਚਾਰਾ ਧੱਕੇ ਨਾ ਖਾਵੇ, ਸਾਡਾ ਇਹੀ ਮੈਸੇਜ ਆ। ਬਿਨਾਂ ਇਲਾਜ ਤੋਂ ਕਿਸੇ ਦੀ ਮੌਤ ਨਾ ਰਵੇ ਜੀ, ਹਾਂਜੀ ਬਿਲਕੁਲ। ਇਹ ਤਾਂ ਇੱਕ ਮੈਂ ਪਹਿਲਾਂ ਵੀ ਕਿਹਾ ਵੀ ਇੱਕ ਕੇਸ ਸਾਡੇ ਸਾਹਮਣੇ ਹੈ, ਵਿਚਾਰੇ ਇਦਾਂ ਲੱਖਾਂ ਹੋਣਗੇ ਜੀ। ਇਹ ਕੇਸ ਦਾ ਮੇਨ ਮੋਟਿਵ ਇਹੀ ਹੈ ਕਿ ਹੋਰ ਵਿਚਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਇਲਾਜ ਉਹਦਾ ਪ੍ਰੋਪਰ ਹੋਵੇ। ਤੇ ਬਾਕੀ ਅਸੀਂ ਤਾਂ ਆਪ ਕਹਿੰਦੇ ਹਾਂ NGOs ਦੀ ਲੋੜ ਹੀ ਨਾ ਪਵੇ, ਮਜਬੂਰ ਹੋ ਕੇ ਬੰਦਾ ਕਾਲ ਕਰਦਾ ਜੀ, ਕਿਸੇ ਤੋਂ ਮੰਗਣਾ ਕਿਹੜਾ ਸੌਖਾ ਹੈ ਵੀ ਸਾਡੀ ਹੈਲਪ ਕਰ ਦੋ ਜਾਂ ਉਹ ਕਰ ਦੋ। ਬਾਕੀ ਪਰਮਾਤਮਾ ਨੇ ਉੱਪਰ ਵਾਹਿਗੁਰੂ ਨੇ ਸਾਡੀ ਪਰਮਾਹ ਫੜੀ ਹੋਈ, ਅਸੀਂ ਤਾਂ ਕੌਣ ਹੁੰਦੇ ਆ, ਜੋ ਸੇਵਾ ਕਰਵਾ ਰਿਹਾ ਜੀ ਵਾਹਿਗੁਰੂ ਲੈ ਰਿਹਾ ਸਾਡੇ ਤੋਂ। डर लगा था जब अस्पतालों के चक्कर काटे और डिलीवरी नहीं हो रही थी? हाँ डर लगत रहा। हाँ ਬੱਚਾ ਠੀਕ ਹੈ? हाँ बच्चा ठीक है। ਤੁਸੀਂ ਗੁਆਂਢੀ ਹੋ ਇਹਨਾਂ ਦੇ? ਹਾਂਜੀ ਤੁਸੀਂ ਪੈਸੇ ਇਕੱਠੇ ਕੀਤੇ ਸਾਰਿਆਂ ਨੇ ਔਰ ਇਹਨਾਂ ਦੀ ਮਦਦ ਕੀਤੀ? ਹਾਂਜੀ ਮਕਾਨ ਮਾਲਕ ਆਈ ਅਸੀਂ। ਅੱਛਾ, ਮਕਾਨ ਮਾਲਕ। ਹਾਂਜੀ ਜਿੰਨੇ ਵੀ ਮੁਹੱਲੇ ਦੇ ਲੋਕ ਨੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਹਾਂਜੀ ਤੁਸੀਂ ਤਕਲੀਫ ਨੂੰ ਸਮਝਿਆ ਤਾਂ ਹੀ ਮਦਦ ਕੀਤੀ? ਜਾ ਰਹੇ ਸੀਗੇ ਇਹ ਹਸਪੀਟਲ 'ਚ ਰਾਤ ਨੂੰ 8 ਵਜੇ। ਇਹ ਕਹਿੰਦੇ ਵੀ ਹਸਪੀਟਲ 'ਚ ਕੋਈ ਵੀ ਸਾਨੂੰ ਸਾਂਭ ਨਹੀਂ ਰਿਹਾ, ਵੀ ਅਸੀਂ ਕਿੱਥੇ ਜਾਈਏ। ਜਦ ਬਾਹਰ ਨਿਕਲਣ ਲੱਗੇ ਤੇ ਮਨਪ੍ਰੀਤ ਦੀਦੀ ਤੇ ਮੈਂ ਅਸੀਂ ਦੋਨੋਂ ਜਣੀਆਂ ਨੇ ਕਿਹਾ ਵੀ 1 ਮਿੰਟ ਰੁਕੋ, ਵੀ ਅਸੀਂ ਪੁੱਛਦੇ ਹਾਂ ਮਹੱਲੇ 'ਚ। ਅਸੀਂ 1-2 ਘਰਾਂ 'ਚ ਗਏ, ਉਹਨਾਂ ਨੇ ਸਾਨੂੰ ਫਟਾਫਟ 1000 ਰੁਪਇਆ ਕੱਢ ਕੇ ਦੇ ਦਿਆ। ਫਿਰ ਅਸੀਂ ਸਾਰੇ ਕੀਤਾ, ਫਿਰ ਇਹਨਾਂ ਵੀਰ ਜੀ ਉਹਨਾਂ ਨੂੰ ਫੋਨ ਕੀਤਾ, ਫਿਰ ਇਹ ਜਦੀ ਆਏ। ਇਹਨਾਂ ਨੇ ਕਿਹਾ ਵੀ ਜਿੰਨੇ ਤੁਹਾਡੇ ਤੋਂ ਇਕੱਠੇ ਹੁੰਦੇ ਨੇ ਤੁਸੀਂ ਕਰੋ, ਬਾਕੀ ਅਸੀਂ। ਫਿਰ ਵੀਰ ਜੀ ਲੈ ਕੇ ਗਏ 11:30-12 ਵਜੇ ਇਹਨਾਂ ਨੂੰ। ਸਾਨੂੰ ਵਾਰ-ਵਾਰ ਕਾਲ ਵੀ ਕਰਦੇ ਰਹੇ ਵੀ ਡਰੋ ਨਾ ਅਸੀਂ ਆ ਰਹੇ ਹਾਂ। ਫਿਰ ਇਹਨਾਂ ਨੇ ਕਈ ਹਸਪੀਟਲ 'ਚ ਫੋਨ ਵੀ ਕੀਤੇ, ਕਿਸੇ ਨੇ ਨਹੀਂ ਸਾਂਭਿਆ। ਫਿਰ ਅਮਨ ਹਸਪੀਟਲ 'ਚ ਲੈ ਗਏ, ਫਿਰ ਉਹਨਾਂ ਨੇ। ਤਾਂ ਇਹ ਗਰਾਊਂਡ ਰਿਐਲਿਟੀ ਹੈ, ਇਹ ਪੰਜਾਬ ਦੇ ਹਾਲਾਤ ਨੇ। ਸਿਹਤ ਪ੍ਰਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੋਲ ਖੁੱਲੀ ਹੈ। ਸਿਹਤ ਮੰਤਰੀ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ। ਸਰਕਾਰੀ ਹਸਪਤਾਲਾਂ ਦੇ ਵਿੱਚ ਮੁਲਾਜ਼ਮ ਧਰਨੇ ਤੇ ਨੇ ਤੇ ਇਸ ਦੇ ਚਲਦੇ ਕਿੰਨੇ ਹੀ ਮਰੀਜ਼ਾਂ ਨੂੰ ਕਿੰਨੀਆਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਬੜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਹੈ। 11 ਮਹੀਨੇ ਆਪਣੀ ਕੁੱਖ ਦੇ ਵਿੱਚ ਆਪਣੀ ਔਲਾਦ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਔਰ ਮਾਂ ਔਰ ਇਸ ਪਿਤਾ ਦੇ ਮਨ ਤੇ ਕੀ ਬੀਤ ਰਹੀ ਹੋਣੀ ਹੈ। ਆਪਣੇ ਬੱਚੇ ਨੂੰ ਇਸ ਦੁਨੀਆ ਤੇ ਲਿਆਉਣ ਦੇ ਲਈ ਕਿੰਨੀਆਂ ਮੁਸ਼ਕਲਾਂ ਦਾ ਇਹਨਾਂ ਨੇ ਸਾਹਮਣਾ ਕੀਤਾ ਹੈ, ਪਰ ਸਰਕਾਰਾਂ
ਕਰ ਕੀ ਰਹੀਆਂ ਨੇ। ਇੱਕ ਵਾਰ ਫਿਰ ਤੋਂ ਪੋਲ ਖੁੱਲੀ ਹੈ, ਪੰਜਾਬ ਸਰਕਾਰ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਔਰ ਅਸੀਂ ਉਮੀਦ ਕਰਦੇ ਹਾਂ ਕਿ ਜੇਕਰ ਸਰਕਾਰਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਸਿਹਤ ਪ੍ਰਬੰਧਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਏਗਾ। ਅੱਜ ਦੀ ਇਹ ਕਹਾਣੀ ਨੇ ਇੱਕ ਵਾਰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਸ਼ਰਮਿੰਦਾ ਜ਼ਰੂਰ ਹੋਵੇਗੀ ਤੇ ਸਰਕਾਰੀ ਪ੍ਰਬੰਧ ਜਿਹੜੇ ਨੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧ ਨੇ ਉਹਨਾਂ ਨੂੰ ਮੁਕੰਮਲ ਕਰਨ ਦੇ ਯਤਨ ਜ਼ਰੂਰ ਕਰੇਗੀ। ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਮੰਡੀ ਗੋਬਿੰਦਗੜ੍ਹ।